ਹੈਲੋ ਬੱਚਿਓ, ਅੱਜ ਅਸੀਂ ਕਰਾਂਗੇ ਪਾਠ 13 ਦਾਦਾ ਜੀ ਦੀ ਸਿੱਖਿਆ। ਪਾਠ ਪੜ੍ਹਨ ਤੋਂ ਪਹਿਲਾਂ ਇਸ ਦਾ ਮਤਲਬ ਸਮਝਦੇ ਹਾਂ। ਦਾਦਾ ਤੇ ਪੋਤਾ ਮਤਲਬ ਦਾਦੇ ਨੇ ਪੋਤੇ ਨੂੰ ਕੁਝ ਸਿੱਖਿਆ ਦਿੱਤੀ ਜੋ ਕਿ ਉਸਦੇ ਪੂਰੇ ਜੀਵਨ ਵਿੱਚ ਕੰਮ ਆਏਗੀ। ਠੀਕ ਹੈ, ਹੁਣ ਅਸੀਂ ਪੜ੍ਹਦੇ ਹਾਂ ਪਾਠ ਨੂੰ। ਪਾਠ ਪੜ੍ਹਨ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਕੁਝ ਨਵੇਂ ਸ਼ਬਦ। ਪਹਿਲਾ ਹੈ ਇਕਲੌਤਾ, दूसरा है उलांबे, तीसरा है फैसला, चौथा है आदतां, पंजवां है मुश्किल। चलो बच्चों, हुण असीं पढ़दे हाँ पाठ नूं। कंवल अपने मम्मी पापा का इकलौता पुत्तर सी। वो बहुत शरारती सी। ਉਹ ਆਪਣੀਆਂ ਸ਼ਰਾਰਤਾਂ ਨਾਲ ਹਰ ਕਿਸੇ ਨੂੰ ਬਹੁਤ ਪਰੇਸ਼ਾਨ ਕਰਦਾ ਸੀ। ਆਪਣੇ ਤੋਂ ਵੱਡਿਆਂ ਨੂੰ ਉਹਨਾਂ ਦਾ ਨਾਂ ਲੈ ਕੇ ਬੁਲਾਉਂਦਾ, ਆਪਣੇ ਜਮਾਤੀਆਂ ਨੂੰ ਬੁਰਾ ਭਲਾ ਕਹਿੰਦਾ। ਰਾਹ ਜਾਂਦੇ ਜਾਨਵਰ ਜਿਵੇਂ ਕਿਸੇ ਕੁੱਤੇ ਨੂੰ ਪੱਥਰ ਮਾਰਦਾ ਅਤੇ ਹੋਰ ਵੀ ਕਈ ਬੁਰੀਆਂ ਆਦਤਾਂ ਉਸ ਵਿੱਚ ਸਨ। ਸੋ ਬੇਟਾ, ਇਹ ਪਾਠ ਹੈ ਇੱਕ ਕੰਵਲ ਨਾਂ ਦੇ ਮੁੰਡੇ ਦਾ ਜੋ ਕਿ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਮਤਲਬ ਇੱਕੋ ਹੀ ਪੁੱਤਰ ਸੀ ਉਹਨਾਂ ਦਾ। ਉਸਦੇ ਮਾਤਾ ਪਿਤਾ ਦਾ ਇੱਕੋ ਹੀ ਪੁੱਤਰ ਸੀ ਜਿਸ ਦਾ ਨਾਮ ਕੰਵਲ ਸੀ। ਉਹ ਬਹੁਤ ਸ਼ਰਾਰਤੀ ਸੀ ਅਤੇ ਉਹ ਬਹੁਤ ਪਰੇਸ਼ਾਨ ਵੀ ਕਰਦਾ ਸੀ ਸਾਰਿਆਂ ਨੂੰ, ਅਤੇ ਉਹ ਵੱਡਿਆਂ ਨੂੰ ਵੀ ਉਹਨਾਂ ਦਾ ਨਾਂ ਲੈ ਕੇ ਬੁਲਾਉਂਦਾ ਸੀ। ਮਤਲਬ ਹੁੰਦੇ ਨਾ ਗੰਦੇ ਬੱਚੇ, ਉਸੇ ਤਰ੍ਹਾਂ ਦਾ ਕੰਵਲ ਸੀ। ਅਤੇ ਉਹ ਆਪਣੇ ਜਿਹੜੇ ਕਲਾਸਮੇਟਸ ਜਮਾਤੀ ਉਹਨਾਂ ਨੂੰ ਵੀ ਬੁਰਾ ਭਲਾ ਕਹਿੰਦਾ ਸੀ, ਉਹਨਾਂ ਨੂੰ ਵੀ ਗਲਤ ਬੋਲਦਾ ਸੀ। ਅਤੇ ਉਹ ਜਿਹੜੇ ਜਾਨਵਰ ਹੈ ਉਹਨਾਂ ਨੂੰ ਵੀ ਪੱਥਰ ਮਾਰਦਾ ਸੀ, ਜਿੱਦਾਂ ਤੁਸੀਂ ਇਹ ਫੋਟੋ ਵਿੱਚ ਦੇਖ ਹੀ ਰਹੇ ਹੋ ਕਿ ਉਹ ਇੱਕ ਕੁੱਤੇ ਨੂੰ ਪਰੇਸ਼ਾਨ ਕਰਦਾ ਪਿਆ ਹੈ। ਅੱਗੇ ਹੈ ਹਰ ਰੋਜ਼ ਸਕੂਲ ਤੋਂ ਉਸ ਦੇ ਉਲਾਂਬੇ ਆਉਂਦੇ। ਰੋਜ਼ ਦੇ ਉਲਾਂਬੇ ਸੁਣ ਕੇ ਉਸਦੇ ਮੰਮੀ ਪਾਪਾ ਵੀ ਤੰਗ ਆ ਚੁੱਕੇ ਸਨ। ਸੋ ਬੇਟਾ, ਉਹ ਇੱਥੇ ਕਹਿ ਰਿਹਾ ਹੈ ਲੇਖਕ ਕਿ ਉਸਦੇ ਸਕੂਲ ਤੋਂ ਬਹੁਤ ਉਲਾਂਬੇ ਆਉਂਦੇ ਸਨ, ਸ਼ਿਕਾਇਤਾਂ ਆਉਂਦੀਆਂ ਸਨ, ਜਿਸ ਕਾਰਨ ਉਸਦੇ ਮੰਮੀ ਪਾਪਾ ਵੀ ਉਹ ਸੁਣ ਕੇ ਥੱਕ ਚੁੱਕੇ ਸਨ। ਉਸ ਤੋਂ ਬਾਅਦ ਹੁਣ ਅੱਗੇ ਪੜ੍ਹਦੇ ਹਾਂ। ਸਕੂਲ ਦੀਆਂ ਗਰਮੀ ਦੀਆਂ ਛੁੱਟੀਆਂ ਵਿੱਚ ਕੰਵਲ ਦੇ ਮੰਮੀ ਪਾਪਾ ਨੇ ਉਸ ਨੂੰ ਉਸਦੇ ਦਾਦਾ ਜੀ ਕੋਲ ਪਿੰਡ ਭੇਜਣ ਦਾ ਫੈਸਲਾ ਕੀਤਾ। ਪਿੰਡ ਜਾਣ ਦਾ ਨਾਂ 'ਤੇ ਕੰਵਲ ਖੁਸ਼ ਹੋ ਉੱਠਿਆ ਅਤੇ ਉਸ ਦੀਆਂ ਇਹ ਵੱਧਦੀਆਂ ਸ਼ਰਾਰਤਾਂ ਨੂੰ ਦੇਖ ਕੇ ਉਸਦੇ ਮੰਮੀ ਪਾਪਾ ਨੇ ਗਰਮੀ ਦੀਆਂ ਛੁੱਟੀਆਂ ਵਿੱਚ ਉਸ ਨੂੰ ਦਾਦਾ ਜੀ ਕੋਲ ਪਿੰਡ ਭੇਜਣ ਦਾ ਫੈਸਲਾ ਕੀਤਾ। ਅਤੇ ਪਿੰਡ ਜਾਣ ਦੇ ਨਾਂ 'ਤੇ ਕੰਵਲ ਬਹੁਤ ਖੁਸ਼ ਹੋਇਆ ਕਿ ਉਹ ਆਪਣੇ ਦਾਦਾ ਜੀ ਕੋਲ ਜਾਏਗਾ, ਉੱਥੇ ਬਹੁਤ ਮਸਤੀ ਕਰੇਗਾ, ਉੱਥੇ ਹੋਰ ਲੋਕਾਂ ਨੂੰ ਵੀ ਪਰੇਸ਼ਾਨ ਕਰੇਗਾ। ਅੱਗੇ ਦੇਖਦੇ ਹਾਂ ਹੁਣ ਕੀ ਹੋਇਆ। ਕੀ ਉਹ ਸੁਧਰ ਗਿਆ ਉੱਥੇ ਜਾ ਕੇ, ਜਾਂ ਇਸ ਤਰ੍ਹਾਂ ਹੀ ਉਸਨੇ ਹੋਰ ਆਪਣੀਆਂ ਸ਼ਰਾਰਤਾਂ ਨੂੰ ਚਾਲੂ ਰੱਖਿਆ। ਅੱਗੇ ਹੈ ਪਿੰਡ ਪਹੁੰਚਦੇ ਹੀ ਕੰਵਲ ਨੇ ਆਪਣੀਆਂ ਸ਼ਰਾਰਤਾਂ ਮੁੜ ਸ਼ੁਰੂ ਕਰ ਦਿੱਤੀਆਂ। ਕਿ ਜਦੋਂ ਉਹ ਪਿੰਡ ਪਹੁੰਚਿਆ ਉੱਥੇ ਹੀ ਉਸਨੇ ਸ਼ਰਾਰਤਾਂ ਫਿਰ ਤੋਂ ਆਪਣੀਆਂ ਸ਼ੁਰੂ ਕਰ ਦਿੱਤੀਆਂ। ਜੋ ਪਹਿਲੇ ਆਪਣੇ ਮੰਮੀ ਪਾਪਾ ਦੇ ਘਰ ਕਰਦਾ ਸੀ ਉਹੀ ਉਸਨੇ ਦਾਦੇ ਦੇ ਪਿੰਡ ਜਾ ਕੇ ਵੀ ਸ਼ਰਾਰਤਾਂ ਸ਼ੁਰੂ ਕਰ ਦਿੱਤੀਆਂ। ਹੁਣ ਹਰ ਰੋਜ਼ ਪਿੰਡ ਵਾਲੇ ਉਸ ਦੀਆਂ ਸ਼ਿਕਾਇਤਾਂ ਲੈ ਕੇ ਉਸਦੇ ਦਾਦਾ ਜੀ ਕੋਲ ਪਹੁੰਚ ਜਾਂਦੇ, ਅਤੇ ਪਹਿਲੇ ਉਸਦੇ ਮੰਮੀ ਪਾਪਾ ਕੋਲ ਪਹੁੰਚਦੇ ਸੀ ਸ਼ਿਕਾਇਤਾਂ ਲੈ ਕੇ, ਹੁਣ ਉਹ ਦਾਦੇ ਕੋਲ ਰਹਿਣ ਆਇਆ ਹੈ ਅਤੇ ਜੋ ਵੀ ਸ਼ਰਾਰਤ ਕਰਦਾ ਸੀ ਲੋਕ ਉਸਦੇ ਦਾਦਾ ਜੀ ਕੋਲ ਪਹੁੰਚ ਜਾਂਦੇ ਸੀ ਸ਼ਰਾਰਤ ਲੈ ਕੇ, ਉਸਦਾ ਉਲਾਂਭਾ ਲੈ ਕੇ, ਸ਼ਿਕਾਇਤ ਲੈ ਕੇ। ਅੱਗੇ ਪੜ੍ਹਦੇ ਹਾਂ। ਫਿਰ ਉਹ ਸੁਧਰਿਆ ਜਾਂ ਨਹੀਂ ਸੁਧਰਿਆ, ਦਾਦਾ ਜੀ ਨੇ ਕੀ ਕੀਤਾ। ਫਿਰ ਦਾਦਾ ਜੀ ਥੋੜ੍ਹੇ ਹੀ ਦਿਨਾਂ ਵਿੱਚ ਪਰੇਸ਼ਾਨ ਹੋ ਗਏ। ਉਹਨਾਂ ਨੇ ਕੰਵਲ ਨੂੰ ਸਬਕ ਸਿਖਾਉਣ ਬਾਰੇ ਸੋਚਿਆ। ਫਿਰ ਜਦੋਂ ਉਸ ਦੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਕੰਵਲ ਦੀਆਂ, ਤਾਂ ਦਾਦਾ ਜੀ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੋ ਗਏ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕੰਵਲ ਨੂੰ ਇੱਕ ਸਬਕ ਸਿਖਾਉਣ ਲਈ ਸੋਚਿਆ। ਮਤਲਬ ਉਸਨੂੰ ਉਸਦੀ ਅਸਲੀਅਤ ਦੱਸਣ ਬਾਰੇ ਸੋਚਿਆ। ਉਹ ਕੰਵਲ ਨੂੰ ਆਪਣੇ ਬਗੀਚੇ ਵਿੱਚ ਲੈ ਗਏ। ਉਹਨਾਂ ਨੇ ਕੰਵਲ ਨੂੰ ਇਸ਼ਾਰਾ ਕਰਕੇ ਇੱਕ ਛੋਟਾ ਜਿਹਾ ਬੂਟਾ ਪੁੱਟਣ ਲਈ ਆਖਿਆ। ਅਤੇ ਉਸਨੇ ਕੀ ਕੀਤਾ, ਦਾਦਾ ਜੀ ਨੇ ਕਿ ਇੱਕ ਛੋਟਾ ਜਿਹਾ ਬੂਟਾ ਸੀ ਉਸ ਨੂੰ ਪੁੱਟਣ ਲਈ ਕੰਵਲ ਨੂੰ ਆਖਿਆ। ਅੱਗੇ ਦੇਖਦੇ ਹਾਂ ਹੁਣ ਉਸ ਤੋਂ ਪੁੱਟ ਹੋਇਆ ਉਹ ਬੂਟਾ ਜਾਂ ਨਹੀਂ ਪੁੱਟ ਹੋਇਆ। ਅਗਰ ਨਹੀਂ ਪੁੱਟ ਹੋਇਆ ਤਾਂ ਉਸ
ਪੌਦੇ ਨੂੰ ਪੁੱਟਣ ਪਿੱਛੇ ਰਾਜ਼ ਕੀ ਸੀ ਉਹ ਦੇਖਦੇ ਹਾਂ। ਇਹ ਕਿਹੜਾ ਔਖਾ ਕੰਮ ਹੈ, ਲੋ ਹੁਣੇ ਪੁੱਟ ਦਿੰਦਾ ਹਾਂ ਇਹ ਬੂਟੇ ਨੂੰ। ਉਹ ਕੀ ਕਹਿਣ ਲੱਗਾ ਕਿ ਇਹ ਕਿਹੜਾ ਬਹੁਤ ਔਖਾ ਕੰਮ ਹੈ, ਮੈਂ ਹੁਣ ਹੀ ਪੁੱਟ ਦਿੰਦਾ ਹਾਂ ਇਸ ਬੂਟੇ ਨੂੰ। ਕਿਸ ਨੇ ਬੋਲਿਆ? ਕੰਵਲ ਨੇ ਉੱਤਰ ਦਿੱਤਾ। ਉਹ ਬੂਟਾ ਪੁੱਟ ਕੇ ਦਾਦਾ ਜੀ ਕੋਲ ਲੈ ਆਇਆ। ਉਸਨੇ ਉਹ ਬੂਟਾ ਪੁੱਟਿਆ ਅਤੇ ਦਾਦਾ ਜੀ ਕੋਲ ਲੈ ਆਇਆ। ਕੰਵਲ ਪੁੱਤਰ, ਹੁਣ ਤੁਸੀਂ ਉਸ ਵੱਡੇ ਝਾੜ ਨੂੰ ਪੁੱਟ ਲਿਆਓ, ਦਾਦਾ ਜੀ ਨੇ ਝਾੜ ਵੱਲ ਇਸ਼ਾਰਾ ਕਰ ਆਖਿਆ। ਫਿਰ ਕੰਵਲ ਜਿਹੜਾ ਹੀ ਛੋਟਾ ਜਿਹੜਾ ਬੂਟਾ ਸੀ ਉਸਨੂੰ ਤਾਂ ਪੁੱਟ ਲਿਆਇਆ, ਇਹ ਪਿਕਚਰ 'ਚ ਤੁਸੀਂ ਦੇਖਦੇ ਪਏ ਹੋ ਫੋਟੋ ਵਿੱਚ। ਪਰ ਉਸਨੂੰ ਫਿਰ ਕੰਵਲ ਨੂੰ ਦਾਦਾ ਜੀ ਨੇ ਕਿਹਾ ਕਿ ਤੁਸੀਂ ਹੁਣ ਇੱਕ ਵੱਡਾ ਝਾੜ ਜਿਹੜਾ ਹੈ ਉਹ ਪੁੱਟ ਕੇ ਲੈ ਆਓ। ਕੰਵਲ ਨੇ ਬਹੁਤ ਜ਼ੋਰ ਲਗਾਇਆ ਪਰ ਉਸ ਤੋਂ ਉਹ ਝਾੜ ਨਾ ਪੁੱਟਿਆ ਗਿਆ। ਕੰਵਲ ਨੇ ਕੀ ਕੀਤਾ? ਬਹੁਤ ਜ਼ੋਰ ਲਗਾਇਆ ਪਰ ਉਸ ਤੋਂ ਉਹ ਝਾੜ ਪੁੱਟਿਆ ਹੀ ਨਹੀਂ ਗਿਆ। ਥੱਕਿਆ ਹਾਰਿਆ ਕੰਵਲ ਬੋਲਿਆ, ਦਾਦਾ ਜੀ ਇਸ ਝਾੜ ਨੂੰ ਪੁੱਟਣਾ ਤਾਂ ਬਹੁਤ ਮੁਸ਼ਕਿਲ ਕੰਮ ਹੈ। ਜਦੋਂ ਉਸਨੇ ਛੋਟੇ ਬੂਟੇ ਨੂੰ ਪੁੱਟਣ ਲਈ ਕਿਹਾ ਦਾਦਾ ਜੀ ਨੇ, ਤਾਂ ਕੰਵਲ ਬਹੁਤ ਛੇਤੀ ਉਸਨੂੰ ਪੁੱਟ ਲਿਆਇਆ। ਪਰ ਜਦੋਂ ਉਸਨੂੰ ਵੱਡਾ ਝਾੜ ਪੁੱਟਣ ਲਈ ਕਿਹਾ ਤਾਂ ਉਸ ਤੋਂ ਪੁੱਟਿਆ ਹੀ ਨਹੀਂ ਗਿਆ ਅਤੇ ਉਸਨੇ ਦਾਦਾ ਜੀ ਨੂੰ ਕਿਹਾ ਕਿ ਇਹ ਮੇਰੇ ਤੋਂ ਨਹੀਂ ਪੁੱਟਿਆ ਜਾ ਰਿਹਾ। ਉਸ ਦੀ ਇਹ ਗੱਲ ਨੂੰ ਸੁਣ ਕੇ ਦਾਦਾ ਜੀ ਮੁਸਕਰਾਏ ਅਤੇ ਬੋਲੇ, ਇਸੇ ਤਰ੍ਹਾਂ ਹੀ ਸਾਡੀਆਂ ਆਦਤਾਂ ਹਨ, ਇਹ ਸ਼ੁਰੂ ਵਿੱਚ ਛੱਡਣੀਆਂ ਆਸਾਨ ਹਨ। ਜਿਵੇਂ ਅਸੀਂ ਇੱਕ ਛੋਟੇ ਜਿਹੇ ਬੂਟੇ ਨੂੰ ਪੁੱਟ ਸਕਦੇ ਹਾਂ, ਪਰ ਜਦੋਂ ਸਾਡੀਆਂ ਆਦਤਾਂ ਪੁਰਾਣੀਆਂ ਹੋ ਕੇ ਪੱਕ ਜਾਂਦੀਆਂ ਹਨ, ਫਿਰ ਵੱਡੇ ਝਾੜ ਵਾਂਗ ਸਾਡੇ ਅੰਦਰ ਜੜ ਕਰ ਜਾਂਦੀਆਂ ਹਨ। ਫਿਰ ਇਹਨਾਂ ਨੂੰ ਛੱਡਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅਤੇ ਉਸਦੇ ਦਾਦਾ ਜੀ ਨੇ ਵੀ ਇਹੀ ਸਮਝਾਇਆ ਕਿ ਜਦੋਂ ਤੱਕ ਜਿਹੜੀਆਂ ਸਾਡੀਆਂ ਆਦਤਾਂ ਹਨ ਉਹ ਛੋਟੇ ਬੂਟੇ ਵਾਂਗ ਹਨ, ਜਦੋਂ ਅਸੀਂ ਉਹਨੂੰ ਪੁੱਟ ਸਕਦੇ ਹਾਂ, ਪਰ ਜਦੋਂ ਉਹ ਪੱਕ ਜਾਂਦੀਆਂ ਹਨ ਫਿਰ ਉਹ ਸਾਡੇ ਤੋਂ ਪੁੱਟੀਆਂ ਜਾਂ ਉਸਨੂੰ ਸੁਧਾਰਿਆ ਨਹੀਂ ਜਾ ਸਕਦਾ, ਬਹੁਤ ਮੁਸ਼ਕਿਲ ਹੁੰਦੀ ਹੈ। ਅਤੇ ਇਸੇ ਲਈ ਤੂੰ ਹਲੇ ਛੋਟਾ ਬੱਚਾ ਹੈ, ਤੂੰ ਆਪਣੇ ਆਪ ਨੂੰ ਹੁਣ ਤੋਂ ਹੀ ਸੁਧਾਰ ਲੈ। ਵੱਡੇ ਹੋ ਕੇ ਤੇਰੀਆਂ ਇਹ ਆਦਤਾਂ ਪੱਕ ਜਾਣੀਆਂ ਹਨ, ਜਿਸ ਕਾਰਨ ਤੈਨੂੰ ਬਹੁਤ ਪਰੇਸ਼ਾਨੀ ਹੋਏਗੀ। ਇਸ ਕਰਕੇ ਤੂੰ ਹੁਣ ਤੋਂ ਹੀ ਇਸ ਨੂੰ ਆਪਣੇ ਅੰਦਰ ਸੁਧਾਰ ਕਰ ਲੈ। ਇਸ ਸਿੱਖਿਆ ਨੇ ਕੰਵਲ ਦੇ ਮਨ 'ਤੇ ਡੂੰਘਾ ਅਸਰ ਕੀਤਾ ਅਤੇ ਉਸ ਨੇ ਸਾਰੀਆਂ ਬੁਰੀਆਂ ਆਦਤਾਂ ਛੱਡ ਦਿੱਤੀਆਂ। ਡੂੰਘਾ ਅਸਰ ਮਤਲਬ ਬਹੁਤ ਗਹਿਰਾ ਅਸਰ ਕੀਤਾ, ਜਿਸ ਕਾਰਨ ਉਹ ਜੋ ਵੀ ਗਲਤ ਕੰਮ ਕਰਦਾ ਸੀ, ਜਿਸ ਕਿਸੇ ਨੂੰ ਵੀ ਪਰੇਸ਼ਾਨ ਕਰਦਾ ਸੀ, ਉਹ ਕਰਨਾ ਉਸਨੇ ਬੰਦ ਕਰ ਦਿੱਤਾ ਅਤੇ ਉਹ ਸੁਧਰ ਗਿਆ। ਉਸਨੂੰ ਦਾਦਾ ਜੀ ਦੀ ਕਹੀ ਗੱਲ ਉਸਨੂੰ ਸਮਝ ਆ ਗਈ, ਜਿਸ ਕਾਰਨ ਉਹ ਸੁਧਰ ਗਿਆ। ਸੋ ਬੇਟਾ, ਇਹ ਸੀ ਤੁਹਾਡਾ ਦਾਦਾ ਜੀ ਦੀ ਸਿੱਖਿਆ ਪਾਠ, ਅਤੇ ਇਸ ਤਰ੍ਹਾਂ ਦਾਦਾ ਜੀ ਨੇ ਕੰਵਲ ਨੂੰ ਸਿੱਖਿਆ ਦਿੱਤੀ, ਜਿਸ ਨਾਲ ਉਹ ਸੁਧਰ ਗਿਆ। ਸੋ ਬੇਟਾ, ਤੁਸੀਂ ਵੀ ਇਸ ਪਾਠ ਨੂੰ ਇਸ ਤਰ੍ਹਾਂ ਹੀ ਪੜ੍ਹਨਾ ਹੈ ਅਤੇ ਸਮਝਣਾ ਹੈ। ਬਾਏ ਬਾਏ।